ਅਸੀਂ ਤਨਖਾਹਾਂ ਨਹੀਂ ਘਟਾ ਰਹੇ, ਨਾ ਹੀ ਬੰਦ ਕਰ ਰਹੇ ਹਾਂ। ਤਨਖਾਹਾਂ ਜਦੋਂ ਤੱਕ ਲੋਕ ਤੁਹਾਨੂੰ ਚੁਣਨਗੇ ਉਹ ਮਿਲਣਗੇ, ਭੱਤੇ ਮਿਲਣਗੇ, ਹਲਕੇ ਦੇ ਭੱਤੇ ਨੇ ਉਹ ਮਿਲਦੇ ਨੇ। ਮੈਂ MP ਰਿਹਾ, ਬੇਸਿਕ ਪੇ 50,000 ਸੀ, ਬਾਕੀ ਭੱਤੇ ਮਿਲਦੇ ਸੀ। ਪਰ ਤੁਸੀਂ ਜੇ ਕੰਪੇਅਰ ਕਰੋਗੇ ਕਿ ਚੀਫ ਸੈਕਟਰੀ ਲੈਵਲ ਹੈ ਸਾਡਾ ਜਾਂ ਇੰਪਲਾਈਜ਼ ਨਾਲ, ਇੰਪਲਾਈਜ਼ ਜੇ 20 ਸਾਲ ਨੌਕਰੀ ਕਰੂਗਾ ਤਾਂ ਉਹਨੂੰ ਪੈਨਸ਼ਨ ਮਿਲਦੀ ਹੈ ਸਰ। ਜੇ 20 ਤੋਂ ਘੱਟ ਕਰੂਗਾ ਉਹਨੂੰ ਪੈਨਸ਼ਨ ਨਹੀਂ ਮਿਲਦੀ। ਤੇ ਫਿਰ MLA ਤਾਂ 5 ਸਾਲ ਬਣ ਗਿਆ, ਤੇ ਫਿਰ ਤੁਸੀਂ ਚੀਫ ਸੈਕਟਰੀ ਦਾ ਲੈਵਲ ਲੈ ਲਿਆ ਸਾਰੀ ਉਮਰ ਵਾਸਤੇ। ਕੋਈ ਬੰਦਾ 27 ਸਾਲ ਦਾ MLA ਬਣ ਗਿਆ, 32 ਸਾਲ ਦਾ ਉਹ ਹੋ ਗਿਆ, 32 ਸਾਲ ਤੋਂ ਬਾਅਦ ਉਹਨੂੰ ਅਗਲੀ ਵਾਰ ਟਿਕਟ ਨਹੀਂ ਮਿਲੀ, ਤਾਂ 32 ਸਾਲ ਤੋਂ ਬਾਅਦ ਉਹ ਸਾਰੀ ਉਮਰ ਲਈ ਮਤਲਬ ਇੰਪਲਾਈਜ਼ ਦੇ ਬਰਾਬਰ ਦਾ ਕਿਵੇਂ ਲੈ ਸਕਦਾ ਸਰ ਬਾਜਵਾ ਸਾਹਿਬ? ਨਹੀਂ ਇੱਕ ਮਿੰਟ ਸਰ, ਲੈਟ ਮੀ ਸਪੀਕ ਸਰ। ਨਹੀਂ ਫਿਰ ਅਗਨੀਵੀਰ ਤਾਂ ਉਹਨਾਂ ਨੂੰ ਪੁੱਛ ਲਓ, ਅਗਨੀਵੀਰ ਵਾਲੇ ਬੈਠੇ ਨੇ। ਅਸੀਂ ਤੁਹਾਨੂੰ ਇਹ ਕਹਿੰਦੇ ਨਹੀਂ, ਇੱਕ ਮਿੰਟ ਸਰ ਬਾਜਵਾ ਸਾਹਿਬ ਬੈਠੋ ਬਾਜਵਾ ਸਾਹਿਬ, ਇੱਕ CM ਸਾਹਿਬ ਨਾਲ ਗੱਲ ਕਰਦੇ ਬਾਅਦ ਚ ਕਰ ਲਿਓ। ਬਾਜਵਾ ਸਾਹਿਬ ਜਦੋਂ ਟਿਕਟ ਮੰਗਦੇ ਹੋ, ਮੈਨੂੰ ਹੁਣ ਬੋਲ ਹੀ ਲੈਣ ਦਿਓ, ਜੋ ਟਿਕਟ ਮੰਗਦੇ ਹੋ MLA ਦੀ, ਉਦੋਂ ਨਹੀਂ ਪਤਾ ਹੁੰਦਾ ਕਿੰਨੀ ਤਨਖਾਹ ਹੈ? ਤੁਸੀਂ ਉਸ ਨੌਕਰੀ ਵਾਸਤੇ ਅਪਲਾਈ ਕਿਉਂ ਕਰਦੇ ਹੋ ਫਿਰ ਜਿਹਦੀ ਤਨਖਾਹ ਇੰਨੀ ਹੈ? ਮੈਂ ਇੱਕ ਮਿੰਟ ਜਦੋਂ ਮੈਨੂੰ ਪਤਾ ਹੈ ਕਿ ਸਰ ਪਲੀਜ਼ ਲੈਟ ਮੀ ਸਪੀਕ ਸਰ। ਟਿਕਟ ਮੰਗਦੇ ਹੋ, ਟਿਕਟ ਵੇਲੇ ਮੰਗਦੇ ਹੋ, MLA ਬਣਾ ਦਿਓ ਇੱਕ ਵਾਰੀ, ਬਾਕੀ ਸਾਡਾ ਕੰਮ ਹੈ। ਤੁਸੀਂ ਬਾਤ ਕਰਿਓ ਸਰ। ਜਦੋਂ ਤੁਹਾਨੂੰ ਸਰ ਸੁਣੋ ਤਾਂ ਸਹੀ, ਸਰ ਸੁਣੋ ਤਾਂ ਸਹੀ ਨਾ, ਸਰ ਸੁਣੋ ਨਾ। ਮੈਂ ਰੋਜ਼ ਸੁਣਾਉਂਗਾ, ਮੈਂ ਚੁਣਿਆ ਹੋਇਆ, ਮੈਂ ਸੁਣਾਉਂਗਾ, ਤੁਸੀਂ ਸੁਣਨ ਦੀ ਆਦਤ ਪਾ ਲਓ ਹੁਣ 5 ਸਾਲ। ਸਰ ਜਦੋਂ ਐਡਰੈਸ ਕੀਤਾ ਜਾਵੇ, ਨਹੀਂ ਕੇਅਰ ਨੂੰ ਐਡਰੈਸ ਕੀਤਾ। ਬਾਜਵਾ ਜੀ ਤੁਸੀਂ ਬੈਠੋ, ਬਾਜਵਾ ਜੀ ਬੈਠੋ, ਬਾਜਵਾ ਜੀ ਬੈਠੋ। ਇੱਕ ਮਿੰਟ ਸਰ, ਇਹ ਤਾਂ ਜਾਤਾ ਇਹ ਹੋਵੇ ਨਾ ਸਰ, ਜਾਤਾ ਇਹ ਹੋਵੇ ਕਿ MLA ਚੁਣਨ ਤੋਂ ਬਾਅਦ ਤਨਖਾਹ ਉਹਨਾਂ ਦੀ ਜਾਂ ਪੈਨਸ਼ਨ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਜਾਂਦੀ ਹੈ ਕਿ ਇੰਨੀ ਮਿਲੂਗੀ। ਜਦੋਂ ਪਤਾ ਹੈ ਕਿ MLA ਬਣਨਾ ਤਾਂ ਫਿਰ ਇੰਨੀ ਤਨਖਾਹ ਹੈ, ਤਾਂ ਫਿਰ ਉਹਦੇ ਵਾਸਤੇ ਮਾਰ ਕੇ ਟਿਕਟਾਂ ਵਾਸਤੇ ਕਿਉਂ ਭੱਜਦੇ ਫਿਰਦੇ ਹੁੰਦੇ ਨੇ ਆਪਣੇ ਪ੍ਰਧਾਨਾਂ ਦੇ ਘਰੇ? ਮੈਨੂੰ ਟਿਕਟ, ਮੈਨੂੰ ਕੋਈ ਹੋਰ ਕੰਮ ਕਰ ਲਓ ਫਿਰ। ਜੇ ਤਨਖਾਹ ਹੀ ਇੰਨੀ ਲੈਣੀ ਹੈ, ਜਿਹੜੇ ਵਾਸਤੇ ਤੁਸੀਂ ਅਪਲਾਈ ਕੀਤੀ ਹੈ ਓਨੀ ਤਨਖਾਹ ਮਿਲੂਗੀ, ਓਨੀ ਪੈਨਸ਼ਨ ਮਿਲੂਗੀ, ਦੈਟਸ ਇਟ। ਬਾਜਵਾ ਜੀ ਦਿੱਲੀ ਨਹੀਂ ਸੀ ਵਧਾਣੀ ਚਾਹੀਦੀ। ਇਹ ਗੱਲ ਕਰਨ ਦੇ ਵੀ ਇੱਥੇ ਤੁਸੀਂ ਹਰ ਚੀਜ਼ ਦੇ ਉੱਤੇ ਵਾਈ ਡੂ ਯੂ ਮੇਕ ਐਵਰੀਥਿੰਗ ਡਰਾਮੈਟਿਕ? ਵਾਈ ਯੂ ਆਲਵੇਜ਼ ਸਪ੍ਰਿੰਗ ਟੂ ਦੀ ਗੈਲਰੀ? 24 ਘੰਟੇ ਤੁਸੀਂ ਧਿਆਨ ਤੁਹਾਡਾ ਲਾਈਵ ਪ੍ਰੋਗਰਾਮ ਵੱਲ ਹੀ ਹੁੰਦਾ। ਜੇ ਜੈਨੂਇਨ ਤੁਹਾਡੇ ਸਾਹਮਣੇ ਗੱਲ ਰੱਖ, ਅਸੀਂ ਕਹਿੰਦੇ ਬੰਦ ਕਰ ਦਿਓ ਜੀ, ਬੰਦ ਕਰ ਦਿਓ। ਜੇ ਹੋਰ ਬਾਜਵਾ ਜੀ ਬੈਠੋ, ਬੰਦ ਕਰ ਦਿਓ। ਬਾਜਵਾ ਜੀ ਬੈਠੋ, ਚੇਅਰ ਨੂੰ ਡਿਸਕਸ ਜੀ। ਮੁੱਖ ਮੰਤਰੀ ਸਾਹਿਬ ਹਾਂ ਵਧਾਉਣ ਵਾਸਤੇ ਆਲ ਪਾਰਟੀ ਸਰ ਆਲਰੇਡੀ ਕਮੇਟੀ ਬਣੀ ਹੋਈ ਹੈ ਸਰ, ਤਨਖਾਹਾਂ ਵਾਸਤੇ ਰਿਵਿਊ ਕਰਾਂਗੇ, ਠੀਕ ਹੈ ਨਾ। ਪਰ ਕਾਂਗਰਸ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਸਾਡੇ ਤੋਂ। ਲੋਕਾਂ ਨੂੰ ਹੈ, ਪੰਜਾਬ ਦੇ 3 ਕਰੋੜ ਲੋਕਾਂ ਨੂੰ, ਕਿ ਕਿਸੇ ਵੀ ਗੱਲ ਦੀ ਕੋਈ ਗੱਲ ਹੈ। ਜੇ ਤੁਹਾਨੂੰ ਪਤਾ ਹੈ, ਇੱਕ ਮਿੰਟ ਸਰ ਤੁਹਾਨੂੰ ਜਦੋਂ ਤੁਸੀਂ ਰਾਜ ਸਭਾ ਦੇ ਮੈਂਬਰ ਸੀ ਤਾਂ ਤੁਹਾਨੂੰ ਬਾਅਦ ਤਨਖਾਹ ਮਿਲਦੀ ਸੀ। ਤੁਸੀਂ ਕਿਹਾ ਮੈਂ MLA ਦੀ ਸੇਵਾ ਕਰਨੀ ਹੈ ਪੰਜਾਬ 'ਚ, ਤੁਹਾਨੂੰ ਪਤਾ ਨਹੀਂ ਫਿਰ ਕਿੰਨੀ ਤਨਖਾਹ ਹੈ? ਤੁਸੀਂ ਘੱਟ ਤਨਖਾਹ ਵੱਲ ਕਿਉਂ ਆਏ ਫਿਰ ਟਿਕਟ ਲੈ ਕੇ? ਸਰ ਸੇਮ ਹੈ। ਜੇ ਦੱਸੋ ਦਿਸ ਇਜ਼ ਰਿਟਨ ਕਿ ਇੰਨੀ ਤਨਖਾਹ ਹੈ, ਦਿਸ ਇਜ਼ ਰਿਟਨ ਇੰਨੀ ਤਨਖਾਹ, ਇੰਨੀ ਪੈਨਸ਼ਨ ਹੈ, ਅਪਲਾਈ ਕਰਨਾ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਕਹੋ ਮੇਰੀ ਪਹਿਲਾਂ ਤਨਖਾਹ ਵਧਾਓ ਜਾਂ ਮੈਨੂੰ ਕੋਈ ਭੱਤਾ ਦਿਓ ਤਾਂ ਮੈਂ ਕਰੂੰਗਾ, ਅਦਰਵਾਈਜ਼ ਨਹੀਂ ਕਰੂੰਗਾ। ਡਾਕਟਰ ਸੁਖੀ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਆ, ਇੱਕ ਮਿੰਟ ਚੀਮਾ ਜੀ ਕੋ ਕਹਿਣਾ ਚਾਹੁੰਦੇ ਆ। ਮੈਂ ਬੈਠੋ ਸਰਦਾਰ ਪ੍ਰਗਟ ਸਿੰਘ ਜੀ ਬੈਠੋ, ਮੈਂ ਇਹਨੂੰ ਕਲੀਅਰ ਕਰ ਦਿੰਦਾ। ਬੈਠੋ ਆਲਰੇਡੀ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਆਪਣੀ ਤਨਖਾਹ ਦੇ ਸੰਬੰਧ ਚ ਗੱਲ ਕਰਨੀ ਆ, ਆਲਰੇਡੀ ਜਿਹੜੀ ਕਮੇਟੀ ਆ ਆਲਰੇਡੀ ਭਾਈ ਪਲੀਜ਼ ਇੱਕ ਮਿੰਟ ਸੁਣ ਲਓ। ਹੁਣ ਤੁਸੀਂ ਸੁਣ ਨਹੀਂ ਸਕਦੇ, ਕਮੇਟੀ ਬਣੀ ਹੋਈ ਆ, ਉਸ ਕਮੇਟੀ 'ਚ ਤੁਸੀਂ ਆਪਦਾ ਮੁੱਦਾ ਰੱਖ ਸਕਦੇ ਹੋ। ਮਾਨਯੋਗ ਸਪੀਕਰ ਸਾਹਿਬ ਉਹਦੇ ਚੇਅਰਮੈਨ ਨੇਗੇ ਔਰ ਤੁਹਾਡੇ ਵੀ ਮੈਂਬਰ ਉਹਦੇ ਮੈਂਬਰ ਨੇਗੇ ਔਰ ਸਾਡੇ ਸਰਕਾਰ ਦੇ ਵੀ ਹੁੰਦੇ ਨੇਗੇ। ਸੋ ਤੁਸੀਂ ਉੱਥੇ ਤੁਸੀਂ ਆਪਣੀ ਗੱਲ ਰੱਖ ਸਕਦੇ। ਇਹ ਜਿਹੜਾ ਹੈਗਾ ਸਿਰਫ ਪੈਨਸ਼ਨ ਦਾ ਹੈਗਾ, ਤਨਖਾਹ ਵਧਾਉਣ ਵਾਲੇ ਮੁੱਦੇ ਤੇ 1 ਮਿੰਟ ਮੈਨੂੰ ਕਲੀਅਰ ਕਰ ਲਓ। ਆਲਰੇਡੀ ਜਿਹੜੀ ਹੈਗੀ ਆ ਮਾਨਯੋਗ ਸਪੀਕਰ ਸਾਹਿਬ ਦੀ ਅਗਵਾਈ 'ਚ ਪਹਿਲਾਂ ਇੱਕ ਕਮੇਟੀ ਚੱਲ ਰਹੀ ਆ, ਉਹ ਕੋਈ ਉਹਦੇ ਫਾਈਨਲ ਨਹੀਂ ਕੀਤਾ। ਜੇ ਤੁਹਾਨੂੰ ਲੱਗਦਾ ਤੁਸੀਂ ਆਪਣੀ ਗੱਲ ਲਿਖਤੀ ਤੌਰ ਤੇ ਦੇ ਦਿਓ, ਜਿਹਨੂੰ ਵਧਾਉਣੀ ਚਾਹੁੰਦੇ ਗੱਲ ਖਤਮ ਕਰੋ। ਮਾਨਯੋਗ ਮੁੱਖ ਮੰਤਰੀ ਜੀ, ਮੁੱਖ ਮੰਤਰੀ ਸਾਹਿਬ ਸਰ ਬਾਜਵਾ ਸਾਹਿਬ ਦੀ ਮੈਂ ਇੱਕ ਇੰਟਰਵਿਊ ਸੁਣੀ, ਜਿਹਦੇ ਵਿੱਚ ਕਹਿੰਦੇ ਸੀ ਮੇਰੀ 65 ਸਾਲ ਦੀ ਉਮਰ ਹੋ ਗਈ, ਮੈਂ ਬਹੁਤ ਸਰਵ ਕਰ ਲਿਆ, ਮੈਂ 5 ਚੀਫ ਮਿਨਿਸਟਰਾਂ ਦੇ ਅੰਡਰ ਕੰਮ ਕੀਤਾ, ਕੈਬਨਿਟ ਮਿਨਿਸਟਰ ਵੀ ਰਿਹਾ, ਹੁਣ ਮੈਂ ਪੰਜਾਬ ਦੀ ਸੇਵਾ ਕਰਨੀ ਹੈ। ਇਸ ਵਾਰ ਮੈਂ
ਇੱਥੋਂ ਲੜੂੰਗਾ ਆਪਣੀ ਕੰਸਟੀਟਿਊਂਸੀ, ਮੈਂ ਸੇਵਾ ਕਰਨੀ। ਤੇ ਹੁਣ ਇੱਥੇ ਆ ਕੇ ਕਹਿੰਦੇ ਸੇਵਾ ਤਨਖਾਹ ਵਧਾਓ, ਸੇਵਾ ਦੀ ਪੈਨਸ਼ਨ ਦਿਓ, ਸੇਵਾ ਦੀ ਆ ਕਰੋ। ਸਰ ਇਹ ਤਾਂ ਨਾ ਕਰੋ ਨਾ, ਤੁਹਾਨੂੰ ਪਤਾ ਸੀ ਨਾ, ਤੁਸੀਂ ਰਾਜ ਸਭਾ ਛੱਡ ਕੇ ਆਏ ਹੋ ਤੇ ਤੁਹਾਨੂੰ ਪਤਾ ਸੀ ਕਿ ਐਮਐਲਏ ਬਣਨਾ ਹੈ, ਇੰਨੀ ਤਨਖਾਹ ਹੈ, ਤੁਸੀਂ ਕਿਉਂ ਅਪਲਾਈ ਕੀਤਾ ਫਿਰ? ਬਾਜਵਾ ਜੀ ਸਾਰੇ ਤੁਸੀਂ ਇਹੀ ਗੱਲ ਕਰ ਰਹੇ ਹੋ। ਜਿੰਨੀ ਤਨਖਾਹ ਹੈ ਸਰ ਉਨੀ ਮਿਲੂਗੀ ਸਰ, ਦੋਨਿਓ ਮਿਲੂਗੀ। ਲੋਕ 5-5 ਹਜ਼ਾਰ ਤੇ ਕੰਮ ਕਰ ਰਹੇ ਆ, ਪੰਜਾਬ ਦੇ ਬੇਰੁਜ਼ਗਾਰ ਲੋਕ 5-5 ਹਜ਼ਾਰ ਤੇ ਕੰਮ ਕਰ ਰਹੇ ਆ, ਫਿਰ ਵੀ ਘਰੇ ਰੋਟੀ ਪੱਕਦੀ ਹੈ। ਸੋ ਇਹ ਨਾ ਕਰੋ। ਆਪਾਂ ਅੱਗੇ ਚਲੀ। ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਇੱਕ ਮਿੰਟ ਸਰ, ਸੁੱਖੀ ਜੀ ਬੈਠੋ, ਬਾਜਵਾ ਜੀ ਬੈਠੋ, ਪ੍ਰਗਟ ਸਿੰਘ ਜੀ ਬੈਠੋ। ਸੁਖੀ ਅਸੀਂ ਕੋਈ ਇੱਕ ਮਿੰਟ ਸਰ, ਸੀਐਮ ਸਾਹਿਬ ਨੂੰ ਧਿਆਨ ਮਾੜਾ ਜਿਹਾ ਪਲੀਜ਼, ਇੱਕ ਮਿੰਟ ਜੀ। ਸੀਐਮ ਸਾਹਿਬ ਇੱਕ ਮਿੰਟ ਸੁਣੋ ਤਾਂ ਸਹੀ। ਹਾਂਜੀ ਸੀਐਮ ਸਾਹਿਬ, ਢੱਠੇ ਖੂਦ ਜਿਹੜੇ ਸ਼ਬਦ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਹੇ ਜਾ ਰਹੇ ਨੇ ਉਹ ਰਿਕਾਰਡ ਨਾ ਕੀਤੇ ਜਾਣ। ਹਾਂਜੀ, ਚੋਰ ਚੱਕੇ ਵੀ ਰਿਕਾਰਡ ਕੀਤੇ ਜਾਣ। ਜੀ ਸੁੱਖੀ ਜੀ। ਸੀਐਮ ਸਾਹਿਬ ਜੀ ਅਸੀਂ ਅਸੀਂ ਨਹੀਂ ਕਿ ਕਿਸੇ ਦੀ ਤਨਖਾਹ ਵਧਾ ਕੇ ਜਾਓ। ਅਸੀਂ ਕਹਿੰਦੇ ਵੀ ਜਿਹੜਾ ਕਹਿੰਦਾ ਵੀ ਤੁਸੀਂ ਪੈਨਸ਼ਨ ਦੇ ਨਾਲ ਡੀਏ ਲਾਇਆ, ਉਹਦੇ ਨਾਲ ਕਹਿੰਦਾ ਜਿਹੜੇ ਵਿਚਾਰੇ ਸਾਨੂੰ ਆਪਣੀ, ਅਸੀਂ ਬਾਅਦ ਦੀ ਗੱਲ ਆ ਤੇ ਗੱਲ ਕਰੀ, ਜਿਹੜੇ ਸਾਡੇ ਨਾਲ ਡਰਾਈਵਰ ਚੱਲਦਾ, ਦੇਖੋ ਜੇ ਤੁਸੀਂ ਆਪਣਾ ਪ੍ਰਾਈਵੇਟ ਡਰਾਈਵਰ ਲੈਂਦੇ ਆ ਉਹਨੂੰ ਤੁਸੀਂ ਦਿੰਦੇ 10,000, ਜੇ ਸਰਕਾਰੀ ਉਹ 50 ਲੱਖ ਲੈਂਦਾ ਹੋਵੇ। ਅਸੀਂ ਕਹਿੰਦੇ ਜੇ ਤੁਸੀਂ ਥੋੜੀ ਉਹਦੀ ਤਨਖਾਹ ਵੱਧ ਜਾਏ ਤਾਂ ਉਹਦਾ ਸਰਕਾਰ ਦਾ ਵੀ ਫਾਇਦਾ। ਜੇ ਅਸੀਂ ਆਪਣਾ ਪ੍ਰਾਈਵੇਟ ਰੱਖਾਂਗੇ 10 ਤੋਂ ਜੇ ਉਹਦੀ 15 ਹੋ ਜਾਏਗੀ ਜਾਂ 20 ਹੋ ਜਾਏਗੀ, ਉਹਦੇ ਵਿੱਚ ਕੀ ਨੁਕਸਾਨ ਆ? ਸਰਕਾਰ ਹਰ ਐਮਐਲਏ ਇੱਕ ਮਿੰਟ ਸਰ, ਮੈਂ ਇੱਕ ਮਿੰਟ ਕਰ ਲੈਂਦੇ ਹੋ ਜੀ, ਇੱਕ ਮਿੰਟ। ਦੂਸਰਾ ਪੀਏ ਜੀ, ਪੀਏ ਦੱਸੋ ਜੀ, ਪੀਏ ਨੂੰ 10,000 ਚ ਉਹਦੀ ਜੇ ਉਹਨੂੰ ਡੀਏ ਕਰਦੇ ਹੋਵੇ, ਤੈਨੂੰ 10,000 ਪਲੱਸ ਡੀਏ, ਘੱਟ ਤੋਂ ਘੱਟ ਤੁਸੀਂ ਕੋਈ ਤਾਂ ਅਸੀਂ ਇੰਨੀ ਕੀ ਮੰਗ ਕਰਦੇ, ਇਸ ਤੋਂ ਬਾਅਦ ਮੰਗਦੇ ਨਹੀਂ ਅਸੀਂ ਕੁਝ। ਜੀ ਜੰਗੀ ਲਾਲ ਜੀ, ਪ੍ਰਗਟ ਜੀ ਕੁਝ ਕਹਿਣਾ ਚਾਹੁੰਦੇ? ਜੰਗੀ ਲਾਲ ਜੀ ਬੈਠੋ ਜੀ। ਸਪੀਕਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਕਿ ਮੈਂ ਇੱਕ ਇਹੋ ਜਿਹਾ ਇਸ਼ੂ ਲੈ ਆਂਦਾ ਜਿਹੜਾ ਸ਼ਾਇਦ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਬਹੁਤਾ ਚੰਗਾ ਨਹੀਂ ਲੱਗਿਆ। ਉਹਦਾ ਕਾਰਨ ਇਹ ਹੈ, ਇੱਕ ਮੈਂ ਹੋਰ ਜ਼ਰੂਰ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜਾ ਐਮਐਲਏ ਦਾ ਪ੍ਰੋਟੋਕਾਲ ਆ ਨਾ, ਉਹ ਵੀ ਉੱਥੇ ਲਿਆਂਦਾ ਜਾਵੇ ਜਿੱਥੇ ਸਰਕਾਰ ਦਾ ਸਿਸਟਮ ਕੰਮ ਕਰਦਾ। ਕਿਉਂਕਿ ਫਿਰ ਆਪਾਂ ਪ੍ਰੋਟੋਕਾਲ ਵੀ ਕਾਹਦੇ ਲਈ ਰੱਖਣਾ? ਉਹ ਵੀ ਖਤਮ ਕਰ ਦਿਓ, ਬਿਲਕੁਲ ਖਤਮ ਕਰ ਦਿਓ, ਇਹਦੇ 'ਚ ਕੋਈ ਰੌਲਾ ਨਹੀਂ ਹੈਗਾ। ਕਿਉਂਕਿ ਮੈਨੂੰ ਇਹ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਅਲਟੀਮੇਟਲੀ ਜਦੋਂ ਇੱਕ ਤੁਸੀਂ ਡੈਕੋਰਮ ਦੇ ਵਿੱਚ ਕੰਮ ਕਰਦੇ ਆ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਤਾਂ ਖੜੋਗੇ। ਤੁਹਾਨੂੰ ਕਿਸੇ ਵੀਡੀਓ ਨੇ ਨਹੀਂ ਖੜਨ ਦੇਣਾ, ਤੁਹਾਨੂੰ ਕਿਤੇ ਜੇਈ ਤੇ ਪੰਚਾਇਤ ਸੈਕਟਰੀ ਨੇ ਨਹੀਂ ਖੜਨ ਦੇਣਾ। ਮਾਨ ਸਾਹਿਬ ਥੋੜਾ ਜਿਹਾ ਤੁਹਾਡੇ ਕੋਲ ਰਿਕੁਐਸਟ ਹੈਗੀ ਯਾਰ। ਨਹੀਂ, ਮੈਨੂੰ ਕੋਈ ਇਹ ਪ੍ਰੋਬਲਮ ਨਹੀਂ ਹੈ, ਲੇਕਿਨ ਉਹਨੂੰ ਵੀ ਆਪਾਂ ਲੋਅਰ ਕਰ ਲਈਏ ਸੋ ਦੈਟ ਕਿ ਅਲਟੀਮੇਟਲੀ ਇਹ ਗੱਲ ਨੂੰ, ਕਿਉਂਕਿ ਜੇ ਹਰ ਚੀਜ਼ ਹੀ ਗੈਲਰੀ ਨਾਲ ਖੇਡਣੀ ਆ ਤਾਂ ਖੇਡੀ ਲਓ। ਜੰਗੀ ਲਾਲ ਜੀ। ਸਪੀਕਰ ਸਾਹਿਬ, ਅਸੀਂ ਇੱਥੇ ਆਉਣ ਤੋਂ ਪਹਿਲੇ ਜਿਸਲੇ ਇਲੈਕਸ਼ਨਾਂ 'ਚ ਗਏ ਸੀ ਤਾਂ ਅਸੀਂ ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਤਰਲੇ ਪਾਏ, ਪੈਰੀਂ ਹੱਥ ਵੀ ਲਾਏ ਕਿ ਭਈ ਸਾਨੂੰ ਇੱਕ ਸੇਵਾ ਦਾ ਮੌਕਾ ਜ਼ਰੂਰ ਦੇ। ਅਸੀਂ ਇਸ ਪਵਿੱਤਰ ਸਦਨ ਵਿੱਚ ਸੇਵਾ ਵਾਸਤੇ ਆਏ ਹਾਂ, ਮੇਵੇ ਵਾਸਤੇ ਅਸੀਂ ਨਹੀਂ ਆਏ। ਬੇਸ਼ੱਕ ਤਨਖਾਹ ਪੂਰੀ ਬੰਦ ਕਰ ਦਿਓ, ਜਿੰਨੇ ਸੇਵਾ ਕਰਨ ਲਈ ਆਵੇ। ਮੈਂ ਤਾਂ ਜਦੋਂ ਆਜ਼ਾਦ 17 ਵਿੱਚ ਚੁਣਾਵ ਲੜਿਆ ਸੀ, ਉਦੋਂ ਵੀ ਮੈਂ ਅਨਾਉਂਸ ਕੀਤਾ ਸੀ ਪਬਲਿਕ ਨੂੰ ਕਿ ਜਿਹੜੀ ਮੈਨੂੰ ਤਨਖਾਹ ਮਿਲੂਗੀ ਉਹਦੇ ਚੋਂ ਇੱਕ ਨਵਾਂ ਪੈਸਾ ਖਾਣਾ ਮੇਰੇ ਵਾਸਤੇ ਹਰਾਮ ਹੋਊਗਾ, ਮੈਂ ਜ਼ਰੂਰਤਮੰਦ ਲੋਕਾਂ ਦੀ ਦਿਆਂਗਾ। ਔਰ ਹੁਣ ਵੀ ਮੈਂ ਇਹੀ ਵਾਅਦਾ ਕਰਕੇ ਆਇਆ। ਮੈਂ ਉਦੋਂ ਮੇਰੇ ਮਨ ਨੂੰ ਤਸੱਲੀ ਹੈ, ਪੈਨਸ਼ਨ ਵੀ ਨਾ ਮਿਲੇ ਤਾਂ ਵੀ ਤਸੱਲੀ ਹੈ, ਲੇਕਿਨ ਮਨ ਦੇ ਵਿੱਚ ਭਾਵਨਾ ਲੋਕਾਂ ਦੀ ਸੇਵਾ ਕਰਨ ਦੀ, ਸੇਵਾ ਵਾਸਤੇ ਮੇਵਾ ਨਹੀਂ ਚਾਹੀਦਾ। ਅਸੀਂ ਤਾਂ ਉਸ ਗੱਲ ਤੇ ਖੜੇ। ਥੈਂਕ ਯੂ ਜੀ, ਥੈਂਕ ਯੂ ਜੀ। ਪ੍ਰਸ਼ਨ ਹੈ ਕਿ the Punjab State Legislature Members Pension and Medical Facilities Regulation Amendment Bill 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ। ਹੁਣ ਸਦਨ ਬਿੱਲ ਤੇ ਕਲਾਜ਼ਵਾਰ ਵਿਚਾਰ ਕਰੇਗਾ। ਕਲਾਜ਼ 1 ਦੀ ਸਬ ਕਲਾਜ਼ 2। ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 2 ਬਿੱਲ ਦਾ ਹਿੱਸਾ ਹੈ।
ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ। ਕਲਾਸ 2 ਪ੍ਰਸ਼ਨ ਹੈ ਕਿ ਕਲਾਸ 2 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ। ਕਲਾਸ 1 ਦੀ ਸਬ ਕਲਾਸ 1 ਪ੍ਰਸ਼ਨ ਹੈ ਕਿ ਕਲਾਸ 1 ਦੀ ਸਬ ਕਲਾਸ 1 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ। ਸਿਰਲੇਖ ਪ੍ਰਸ਼ਨ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ। ਮਾਣਯੋਗ ਸਿੱਖਿਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ। ਸਪੀਕਰ ਸਾਹਿਬ, ਮੈਂ ਇਹ ਵੀ ਪ੍ਰਸਤਾਵ ਕਰਦਾ ਹਾਂ ਕਿ ਦੀ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਸੋਧ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਦਾ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਦਾ ਪੰਜਾਬ ਸਟੇਟ ਲੈਜਿਸਲੇਚਰ ਮੈਂਬਰਸ ਪੈਨਸ਼ਨ ਐਂਡ ਮੈਡੀਕਲ ਫੈਸਿਲਿਟੀਜ਼ ਰੈਗੂਲੇਸ਼ਨ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ, ਪ੍ਰਸਤਾਵ ਸਵੀਕਾਰ ਹੋਇਆ। ਦਾ ਪੰਜਾਬ ਫਿਸਕਲ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ ਬਿੱਲ 2022 ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਬਿੱਲ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਮੈਂ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਸੋਧ ਬਿੱਲ 2022 ਪੇਸ਼ ਕਰਦਾ ਹਾਂ ਅਤੇ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਸੋਧ ਬਿੱਲ 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਖਹਿਰਾ ਸਾਹਿਬ। ਇਹ ਸਦਨ ਵਿੱਚ ਜਿਹੜੇ ਬਹੁਤੇ ਸਾਰੇ ਐਮਐਲਏਜ਼ ਨੇ ਉਹ ਆਰਥਿਕ ਸਿਚੁਏਸ਼ਨ ਨੂੰ ਜਾਂ ਇਕਨੋਮੀ ਨੂੰ ਸਮਝਣ ਦੇ ਐਡੇ ਸਮਰੱਥ ਨਹੀਂਗੇ ਜੀ। ਆ ਜਿਹੜਾ ਬਿੱਲ ਆ ਰਿਹਾ, ਇਹ ਅਮੈਂਡਮੈਂਟ ਜਿਹੜੀ ਤੁਸੀਂ ਕਰ ਰਹੇ ਹੋ ਇਸ ਬਿੱਲ 'ਚ, ਇਹ ਮੈਂ ਆਪਣੀ ਅਕਲ 'ਚ ਵੀ ਇਜ਼ਾਫਾ ਕਰਨਾ ਚਾਹੁੰਦਾ ਤੇ ਬਾਕੀ ਵੀ ਸਾਰੇ ਥੋੜਾ ਪਤਾ ਲੱਗ ਜੂਗਾ, ਕਿਉਂਕਿ ਜਿਹੜਾ ਕਰਜ਼ਾ ਇਹ ਬੇਸਿਕਲੀ ਇਹ ਬੋਰੋਇੰਗ ਸੀਲਿੰਗ ਨੂੰ ਵਧਾਉਣ ਦੀ ਗੱਲ ਨਜ਼ਰ ਆ ਰਹੀ ਮੈਨੂੰ, ਇਸ ਜਿੰਨਾ ਕਿ ਮੈਂ ਪੜ੍ਹਿਆ ਇਹਦਾ ਜਿਹੜਾ ਵਿੱਤੀ ਮੈਮੋਰੈਂਡਮ ਹੈ। ਕਰਜ਼ਾ ਸਭ ਤੋਂ ਵੱਡਾ ਇਸ਼ੂ ਇਸ ਵੇਲੇ ਪੰਜਾਬ ਤੇ ਲਟਕ ਰਿਹਾ। ਹੋ ਸਕਦਾ ਪਿਛਲੀਆਂ ਸਰਕਾਰਾਂ ਨੇ ਉਹ ਨਹੀਂ ਯਤਨ ਕੀਤੇ, ਲੇਕਿਨ ਮੇਰਾ ਮੰਨਣਾ ਵਾ ਕਿ ਜਦੋਂ ਕਿਸੇ ਦੀ ਰਿਸਪੌਂਸਿਬਿਲਿਟੀ ਹੁੰਦੀ ਉਹ ਆਪਣੀ ਪੂਰੀ ਕੋਸ਼ਿਸ਼ ਵਾਹ ਲਾਉਂਦਾ ਵਾ ਕਿ ਮੈਂ ਆਪਣੇ ਸੂਬੇ ਦੀ ਤਰੱਕੀ ਕਰਾ ਸਕਾਂ। ਤਰੱਕੀ ਕਰਾਉਣ ਵਿੱਚ ਡੈਫੀਨੇਟਲੀ ਕੁਛ ਨਾ ਕੁਛ ਪੈਸਾ ਜਿਹੜਾ ਹੈਗਾ ਵੇਸਟ ਹੁੰਦਾ ਵਾ, ਉਹਦੇ 'ਚ ਖਾਧਾ ਜਾਂਦਾ ਅਨਡਾਊਟਡਲੀ। ਪਰ ਇਹ ਜਿਹੜਾ ਆਪਣੇ ਤੇ ਏਡਾ ਭਾਰੀ ਕਰਜ਼ਾ ਸਪੀਕਰ ਸਾਹਿਬ 3 ਲੱਖ ਪੌਣੇ 3 ਲੱਖ ਕਰੋੜ ਦਾ ਕਰਜ਼ਾ ਚੜਿਆ ਹੋਇਆ, ਇਹਦੇ 'ਚੋਂ ਬਹੁਤ ਵੱਡਾ ਹਿੱਸਾ ਜਿੱਦਾਂ ਮੈਂ ਸਮਝ ਸਕਿਆ ਬਜਟ ਦੀ ਸਾਰੀ ਇਹਦੇ 'ਚੋਂ ਬਜਟ ਐਟ ਅ ਗਲਾਂਸ ਜਾਂ ਤੁਹਾਡੀ ਸਪੀਚ 'ਚੋਂ 60% ਤੇ ਕਮਿਟਡ ਐਕਸਪੈਂਡੀਚਰ ਹੈ ਸਪੀਕਰ ਸਾਹਿਬ। ਉਹ ਤਾਂ ਤਨਖਾਹਾਂ ਚੱਲ ਜਾਂਦਾ ਜੀ, ਪੈਨਸ਼ਨਾਂ ਚੱਲ ਜਾਂਦਾ, ਜਿਹੜੀ ਲੋਨ ਚੱਕੇ ਹੋਏ ਪੁਰਾਣੇ ਉਹਦੇ ਵਿਆਜ ਦੀ ਅਦਾਇਗੀ ਚੱਲ ਜਾਂਦਾ, ਜਿਹੜੀਆਂ ਸਬਸਿਡੀਜ਼ ਆਪਾਂ ਦੇ ਰਹੇ PSPCL ਨੂੰ ਜਾਂ ਜਿਹੜੀਆਂ ਆਪਣੀਆਂ ਆਟੇ ਦਾਲ ਸਕੀਮ ਦੇ ਜਾਂ ਹੋਰ ਜਿਹੜੀਆਂ ਸਬਸਿਡੀਜ਼ ਦੇ ਰਹੇ ਆ, ਇਹ ਉਹਦੇ ਚੱਲ ਜਾਂਦਾ। ਬਹੁਤ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ 15-20 ਪੈਸੇ ਹੀ ਅਸਲ ਜਿਹੜਾ ਬਜਟ ਹੈਗਾ ਜਿਹੜਾ ਇਨਫਰਾਸਟ੍ਰਕਚਰ ਬਿਲਡਿੰਗ 'ਚ ਜਾਂ ਜਿਹੜਾ ਕੋਈ ਡਿਵੈਲਪਮੈਂਟਲ ਪ੍ਰੋਜੈਕਟਸ ਵਿੱਚ ਲੱਗ ਸਕਦਾ ਵਾ। ਸੋ ਹੁਣ ਕੀ ਹੋ ਰਿਹਾ ਵਾ ਕਿ ਉਹ ਕਰਜ਼ੇ ਦੇ ਕਰਕੇ ਆਪਾਂ ਪਹਿਲਾਂ ਚੋਕ ਹੋ ਗਏ। ਹੁਣ ਮੈਂ ਸਿਰਫ ਸਮਝਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਹੁਣ ਤੁਸੀਂ ਅਮੈਂਡਮੈਂਟ ਕਰ ਰਹੇ ਹੋ ਕਿ GSDP ਦਾ ਪਹਿਲਾਂ 3.5% ਤੱਕ ਕਰਜ਼ੇ ਦੀ ਲਿਮਿਟ ਸੀਗੀ ਜੀ ਬੋਰੋਇੰਗ ਦੀ, ਹੁਣ ਸ਼ਾਇਦ ਤੁਸੀਂ 4% ਤੱਕ ਇਨਕਰੀਜ਼ ਕਰਨਾ ਚਾਹੁੰਦੇ। ਇਸ ਅਮੈਂਡਮੈਂਟ ਦੇ ਰਾਹੀਂ ਆਪਾਂ ਫਰਦਰ ਕਿੰਨਾ ਕਰਜ਼ਾ ਸਰਕਾਰ ਚੁੱਕਣਾ ਚਾਹੁੰਦੀ ਜੀ ਇਸ ਵਿੱਤੀ ਵਰੇ ਵਿੱਚ, ਇਹ ਜਾਣਕਾਰੀ ਚਾਹੁੰਦੇ ਆ ਤਾਂ ਕਿ ਪਤਾ ਲੱਗ ਜੇ, ਕਿਉਂਕਿ ਪਹਿਲਾਂ ਕਿੰਨਾ ਕਰਜ਼ਾ ਵਾ ਤੇ ਇੱਕ ਸਾਲ 'ਚ ਐਕਸਪੈਕਟਡ ਆਪਾਂ ਇਸ ਅਮੈਂਡਮੈਂਟ ਦੇ ਰਾਹੀਂ ਕਿੰਨਾ ਕਰਜ਼ਾ ਹੋਰ ਚੱਕ ਰਹੇ। ਇਹ ਅਗਰ ਫਾਈਨੈਂਸ ਮਿਨਿਸਟਰ ਸਾਹਿਬ ਇਹਦੇ ਤੇ ਥੋੜਾ ਸਹੀ ਚਾਨਣਾ ਪਾ ਦੇਣ ਸਭ ਨੂੰ ਪਤਾ ਲੱਗ ਜੂਗਾ ਜੀ। ਧੰਨਵਾਦ।
FM ਸਾਹਿਬ, ਹੋਰ ਕਿਸੇ ਨੇ ਬੋਲਣਾ ਜੀ? ਇਸ ਬੈਸਟ ਜੇ ਕੋਈ ਹੋਰ ਬੋਲਣਾ ਚਾਹੁੰਦਾ ਬੋਲ ਲਓ ਜੀ। FM ਸਾਹਿਬ। ਮਾਨਯੋਗ ਸਪੀਕਰ ਸਾਹਿਬ, 2020-21 ਦੇ ਵਿੱਚ ਜਿਹੜੀ ਸਾਡੀ ਲਿਮਿਟ ਸੀਗੀ ਉਹ 5% ਸੀਗੀ ਔਰ 2021-22 ਚੋਂ 4% ਆ ਗਈ। ਹੁਣ ਅਸੀਂ ਘਟਾ ਕੇ 3.50 ਕਰ ਰਹੇ ਹਾਂਗੇ ਔਰ ਅਸੀਂ ਕਰਜ਼ਾ ਕੋਈ ਵਧਾ ਨਹੀਂ ਰਹੇ। ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਕਿ ਤੁਹਾਡੀ ਜਿੰਨੀ GSDP ਆ ਸਟੇਟ ਦੀ, ਉਹਦੇ ਤਹਿਤ ਤੁਸੀਂ ਕਿੰਨਾ ਕਰਜ਼ਾ ਲੈ ਸਕਦੇ ਹੋਗੇ, ਕਿਉਂਕਿ ਜਿੰਨਾ ਕਰਜ਼ਾ ਚੜਿਆ, ਮੈਂ ਮੈਂਬਰ ਸਾਹਿਬਾਨ ਨੂੰ ਦੱਸਣਾ ਚਾਹੁੰਦਾਗਾ, ਜਿੰਨਾ ਕਰਜ਼ਾ ਚੜਿਆ, ਜਿੰਨਾ ਹੁਣ ਤੱਕ ਅਸੀਂ ਲਿਆਗਾ, ਜਿੰਨਾ ਅਸੀਂ ਲਿਆਗਾ, ਅਸੀਂ ਉਹਦੇ 'ਚ ਜ਼ਿਆਦਾਤਰ ਜਿਹੜੀ ਪਿੱਛੇ ਵਾਰੰਟ ਕੀਤੀ ਹੋਈ ਆ, ਜਿਹੜੇ ਪਹਿਲਾਂ ਕਰਜ਼ਾ ਲਿਆ ਹੋਇਆਗਾ, ਜ਼ਿਆਦਾ ਅਸੀਂ ਉਹਦੀਆਂ ਕਿਸ਼ਤਾਂ ਪੇ ਕਰ ਰਹੇ ਹਾਂ। ਜੇ ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਪ੍ਰਬੰਧ ਕਰਦੀ ਆ, ਜੇ ਅਸੀਂ ਸਟੇਟ ਜਿਹੜਾ ਹੈਗਾ ਕਰਜ਼ਾ ਲੈਣਾ ਸਟੇਟਾਂ ਬੰਦ ਕਰ ਦੇਣਗੀਆਂ, ਬਸ ਪੰਜਾਬ ਬੰਦ ਕਰ ਦੂਗਾ, ਤਾਂ ਜਿਹੜਾ ਪੁਰਾਣਾ ਕਰਜ਼ਾ ਖੜਾਗਾ ਉਹ ਡਿਵੈਲਪਮੈਂਟ ਜਿਹੜੀ ਆ ਰੁਕ ਜੂਗੀ। ਅਸੀਂ ਕੋਈ ਐਕਸਟਰਾ ਕਰਜ਼ਾ ਨਹੀਂ ਲੈ ਰਹੇ, ਵਾਧੂ ਕਰਜ਼ਾ ਲੈ ਰਹੇ। ਔਰ ਮੈਂ ਇਸ ਜਿਹੜੀ ਸਾਡੀ ਗਵਰਨਮੈਂਟ ਆ ਇਹ ਕਰਜ਼ਾ ਘਟਾ ਰਹੀ ਆ। ਅਸੀਂ ਇਹ ਨਹੀਂ ਕਿ 4% ਤੋਂ ਵੱਧ ਲੈ ਰਹੇ ਹਾਂਗੇ, ਅਸੀਂ ਕਹਿ ਰਹੇ ਕਿ ਅਸੀਂ 3.5% ਤੱਕ ਲਵਾਂਗੇ। ਔਰ ਮੈਂ ਹਾਊਸ ਦੇ ਵਿੱਚ ਦੱਸਣਾ ਚਾਹੁੰਦਾ ਮਾਨ ਸਾਹਿਬ ਨੇ ਹਦਾਇਤ ਜਾਰੀ ਕੀਤੀ ਆ ਕਿ 3.5 ਨਹੀਂ, ਸਿਰਫ 3% ਤੱਕ ਹੀ ਲੈਣਾਗਾ ਔਰ ਅਸੀਂ ਹੋਰ ਵੀ ਉਹਦੇ ਪਿੱਛੇ ਜਾ ਰਹੇ ਹਾਂਗੇ। ਪਰ ਲੇਕਿਨ ਇਹ ਗਵਰਨਮੈਂਟ ਆਫ ਇੰਡੀਆ ਜਿਹੜੀ ਅਮੈਂਡਮੈਂਟ ਆ ਜ਼ਰੂਰੀ ਹੁੰਦੀ ਆ, ਉਹ ਕਰਨੀ ਹੁੰਦੀ ਆ, ਸੋ ਉਸ ਦੇ ਤਹਿਤ ਜਿਹੜੀ ਅਮੈਂਡਮੈਂਟ ਹੋ ਰਹੀ ਹੈ। ਥੈਂਕ ਯੂ। ਪ੍ਰਸ਼ਨ ਹੈ ਕਿ ਹੈਨਰੀ। ਧੰਨਵਾਦ ਸਪੀਕਰ ਸਾਹਿਬ, ਤੁਸੀਂ ਇਸ ਐਕਟ ਤੇ ਬੋਲਣ ਦਾ ਸਮਾਂ ਦਿੱਤਾ। ਸਪੀਕਰ ਸਾਹਿਬ, ਮੈਂ ਤੁਹਾਡੇ ਮਾਰਫਤ ਫਾਈਨੈਂਸ ਮਿਨਿਸਟਰ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਜਿਹੜਾ ਇਹਨਾਂ ਨੇ ਬਜਟਡ ਪ੍ਰੋਵੀਜ਼ਨ ਕੀਤਾ ਹੈ ਉਹ 3.78 ਦਾ ਪ੍ਰੋਵੀਜ਼ਨ ਕੀਤਾ ਹੈ, ਵੇਅਰਐਜ਼ ਕਿ 3.5 ਤੋਂ ਉੱਪਰ ਨਹੀਂ ਜਾ ਸਕਦੇ। ਐਂਡ ਫਾਈਨੈਂਸ ਮਿਨਿਸਟਰ ਸਾਹਿਬ ਨੇ ਹੁਣੀ ਇਹ ਤਸਦੀਕ ਕੀਤੀ ਹੈ ਕਿ ਪਿਛਲੀ ਸਰਕਾਰਾਂ ਨੇ 5%, 4% ਤੇ ਹੁਣ ਅਸੀਂ 3.5% ਕਰਨ ਲੱਗੇ ਹਾਂ। ਕੀ ਇਹ ਸਰਕਾਰ ਦੇ ਹੱਥ ਹੁੰਦਾ ਕਿ ਪਲੈਨਿੰਗ ਕਮਿਸ਼ਨ ਇਹਨਾਂ ਨੂੰ ਹਦਾਇਤ ਕਰਦਾ ਹੈ ਕਿ ਤੁਸੀਂ ਉਨੇ ਤੱਕ ਹੀ ਚੱਕ ਸਕਦੇ ਹੋ? ਐਂਡ ਉਹ 5% ਵਾਲੀ ਜਿਹੜੀ ਹੈਗੀ ਹੈ, ਪਿਛਲੇ ਸਰਕਾਰਾਂ ਨੇ ਜਿਹੜੀਆਂ ਗਲਤ ਕੰਮ ਕੀਤੇ ਹੈ ਸਾਰਿਆਂ ਦੇ ਮਤਲਬ, ਕੀ ਉਹ ਸਿਰਫ ਇਸ ਕਰਕੇ ਹੋਇਆ ਸੀ ਕਿ ਕੋਵਿਡ ਦੀ ਸਪੈਸ਼ਲ ਪ੍ਰੋਵੀਜ਼ਨ ਹੋਈ ਸੀ ਤੇ ਉਸ ਕਰਕੇ ਉਹ 5%? ਅਗਰ ਇਹ ਤੇ ਕਲੈਰਿਟੀ ਦੇ ਸਕਣ ਫਾਈਨੈਂਸ ਮਿਨਿਸਟਰ ਸਾਹਿਬ। ਥੈਂਕ ਯੂ। FM ਸਾਹਿਬ। ਬਿਲਕੁਲ ਮੈਂਬਰ ਸਾਹਿਬ ਨੇ ਸਹੀ ਫਰਮਾਇਆ ਕਿ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਜਿਹੜਾ ਪਹਿਲਾਂ ਘਰੇਲੂ ਜਿਹੜੀ ਸਾਡਾ ਰਾਜ ਦਾ ਉਤਪਾਦ ਸੀ ਉਹਦੇ ਅਸੀਂ 4% ਲੈ ਸਕਦੇ ਸੀ 2021 ਚ, ਔਰ ਉਸ ਤੋਂ ਬਾਅਦ GSDP ਦਾ 3.5% ਆ ਗਿਆ। ਸੋ ਹੁਣ ਜਿਹੜਾ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਸਾਡਾ ਕਿ ਰਾਜ ਨੂੰ ਨੈਸ਼ਨਲ ਪੈਨਸ਼ਨ ਸਿਸਟਮ ਦੇ ਅਧੀਨ ਵੀ ਅਸੀਂ ਲੈ ਸਕਦੇ ਹਾਂ, ਪਰ ਮੈਂ ਫੇਰ ਕਹਿ ਰਿਹਾ ਕਿ ਅਸੀਂ ਜਿੰਨਾ ਸਾਨੂੰ ਗਵਰਨਮੈਂਟ ਆਫ ਇੰਡੀਆ ਅਲਾਉ ਕਰਦੀ ਆ ਅਸੀਂ ਉਹ ਤੋਂ ਕਿਤੇ ਘੱਟ ਲਵਾਂਗੇ। ਇਸ ਲਈ ਪਰ ਲੇਕਿਨ ਜੇ ਅਸੀਂ ਤੁਸੀਂ ਕਹਿੰਦੇ ਵੀ ਨਹੀਂ ਲਵਾਂਗੇ ਨਾ ਤਾਂ ਸਟੇਟ ਦਾ ਪ੍ਰਬੰਧ ਨਹੀਂ ਚੱਲ ਸਕਦਾ, ਕਰਜ਼ਾ ਲੈਣਾ ਪਊਗਾ ਔਰ ਅਸੀਂ ਮੋੜ ਵੀ ਰਹਾਂਗੇ। ਪਰ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਆਂਗੇ ਕਿ ਜਿੰਨਾ ਕਰਜ਼ਾ ਪਹਿਲਾਂ ਲਿਆਗਾ, ਜਿਹੜੀਆਂ ਲਿਮਟਸ ਆ, ਜਿਹੜੀਆਂ ਗਵਰਨਮੈਂਟ ਆਫ ਇੰਡੀਆ ਲਿਮਟ ਕਹੀ ਆ, ਉਹ ਤੋਂ ਕਿਤੇ ਘੱਟ ਲਵਾਂਗੇ। ਹੈਨਰੀ। ਤੁਹਾਡੇ ਮਾਰਫਤ ਫਾਈਨੈਂਸ ਮਿਨਿਸਟਰ ਸਾਹਿਬ ਨੇ ਉਹਦੀ ਕਲੈਰਿਟੀ ਨਹੀਂ ਦਿੱਤੀ ਕਿ ਆਪਣੀ ਬਜਟ ਪ੍ਰੋਵੀਜ਼ਨਸ ਦੇ ਵਿੱਚ 3.78 ਰੱਖਿਆ ਕਿ ਨਹੀਂ ਰੱਖਿਆ? FM ਸਾਹਿਬ। ਬਿਲਕੁਲ ਰੱਖਿਆ ਗਿਆ, ਪਰ ਲੇਕਿਨ ਜਿਹੜੀ ਗੱਲ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਅਸੀਂ ਉਹ ਜਿਹੜਾ ਐਕਟ ਲੈ ਕੇ ਆਏ ਆ ਉਹਦੇ ਤਹਿਤ ਅਮੈਂਡਮੈਂਟ ਕਰ ਰਹੇ ਹਾਂਗੇ। ਬਿਲਕੁਲ ਰੱਖਿਆ, ਸਾਡੀ GSDP ਦਾ ਰੱਖਿਆ ਸੀ ਨੇਗੇ, ਪਰ ਲੇਕਿਨ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਸਪੀਚ ਵਿੱਚ, ਉਦੋਂ ਵੀ ਸਾਰਾ ਕਲੈਰੀਫਾਈ ਕੀਤਾ, ਦੁਬਾਰਾ ਕਲੈਰੀਫਾਈ ਕਰ ਰਹੇ ਹਾਂ ਜੇਕਰ ਨਹੀਂ ਲੱਗਿਆ ਪਤਾ ਕਿ ਅਸੀਂ ਬਿਲਕੁਲ ਰੱਖਿਆ ਸੀਗਾ, ਪਰ ਲੇਕਿਨ ਲਵਾਂਗੇ ਅਸੀਂ 3.50। ਥੈਂਕ ਯੂ। ਪ੍ਰਸ਼ਨ ਹੈ ਕਿ ਦਾ ਪੰਜਾਬ ਫਿਸਕਲ ਰਿਸਪੌਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ ਬਿੱਲ 2022 ਤੇ ਤੁਰੰਤ ਵਿਚਾਰ ਕੀਤਾ ਜਾਵੇ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਹੁਣ ਸਦਨ ਬਿੱਲ ਤੇ ਕਲਾਜ਼ਵਾਰ ਵਿਚਾਰ ਕਰੇਗਾ। ਕਲਾਜ਼ 1 ਦੀ ਸਬ ਕਲਾਜ਼ 2। ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 2 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਕਲਾਜ਼ 2। ਪ੍ਰਸ਼ਨ ਹੈ ਕਿ ਕਲਾਜ਼ 2 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਕਲਾਜ਼ 1 ਦੀ ਸਬ ਕਲਾਜ਼ 1। ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬ ਕਲਾਜ਼ 1 ਬਿੱਲ ਦਾ ਹਿੱਸਾ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ।
ਮੈਂ ਸਮਝਦਾ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਦਾ ਪ੍ਰਸਤਾਵ ਸਵੀਕਾਰ ਹੋਇਆ। ਸਿਰਲੇਖ ਪ੍ਰਸ਼ਨ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਦਾ ਪ੍ਰਸਤਾਵ ਸਵੀਕਾਰ ਹੋਇਆ। ਵਿੱਤ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ। ਮਾਨਯੋਗ ਸਪੀਕਰ ਸਾਹਿਬ, ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਸੋਧ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਦਾ ਪੰਜਾਬ ਫਿਸਕਲ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਦਾ ਪੰਜਾਬ ਫਿਸਕਲ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਨੂੰ ਹਾਂ ਕਹਿਣ, ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ, ਹਾਂ ਪੱਖ ਦੀ ਜਿੱਤ ਦਾ ਪ੍ਰਸਤਾਵ ਸਵੀਕਾਰ ਹੋਇਆ। ਸੀਐਮ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਜੀ। ਇੱਕ ਬਹੁਤ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ। ਐਡ ਹੌਕ ਔਰ ਜਿਹੜੇ ਕੰਟਰੈਕਟ ਤੇ ਰੱਖੇ ਹੋਏ ਨੇ, ਡੇਲੀ ਵੇਜਸ, ਵਰਕ ਚਾਰਜ, ਟੈਂਪਰੇਰੀ ਇੰਪਲਾਈਜ਼, ਉਹਦੇ ਵਾਸਤੇ ਸੀ ਤੇ ਡੀ ਇੰਪਲਾਈਜ਼ ਬਿੱਲ ਜਿਹੜਾ ਹੈ 2022 ਲਾਗੂ ਕਰਨ ਬਾਰੇ ਮੈਂ ਇਸ ਪਵਿੱਤਰ ਸਦਨ ਨੂੰ ਇੱਕ ਇਨਫੋਰਮੇਸ਼ਨ ਦੇਣ ਲੱਗੀ। ਸਾਡੀ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਕੱਚੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ 'ਚ ਪੱਕਾ ਕਰਨ ਦਾ ਤਨਦੇਹੀ ਨਾਲ ਅਸੀਂ ਕੰਮ ਕਰੀਏ। ਸਰ, ਇਸ ਮੁੱਦੇ ਤੇ 2016 ਦੇ ਵਿੱਚ ਬਣਾਇਆ ਹੋਇਆ ਇੱਕ ਕਾਨੂੰਨ, ਉਹਦੇ ਵਿੱਚ ਬਹੁਤ ਕਮੀਆਂ ਨੇ, ਉਹ ਅਮਲ 'ਚ ਨਹੀਂ ਲਿਆਂਦਾ ਗਿਆ। ਕਾਨੂੰਨੀ ਅੜਚਨਾਂ ਕਰਕੇ ਉਹ ਕੋਰਟ ਦੇ ਵਿੱਚ ਪੈਂਡਿੰਗ ਪਿਆ। ਸਰ, ਉਸ ਤੋਂ ਬਾਅਦ 2021 ਦੇ ਵਿੱਚ ਵੀ ਬਣਾਇਆ ਹੋਇਆ ਖਰੜਾ ਅਜੇ ਤੱਕ ਮਾਨਯੋਗ ਗਵਰਨਰ ਸਾਹਿਬ ਕੋਲੇ ਪਿਆ। ਇਹਨਾਂ ਸਭ ਅੜਚਨਾਂ ਦੇ ਬਾਵਜੂਦ ਅਸੀਂ ਇੱਕ ਨਵਾਂ ਖਰੜਾ ਤਿਆਰ ਕੀਤਾ। ਅੱਜ ਕੈਬਨਿਟ ਦੇ ਵਿੱਚ ਸਵੇਰੇ ਅਸੀਂ ਉਹਨੂੰ ਪੇਸ਼ ਕੀਤਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਕੋਈ ਹਾਈ ਕੋਰਟ ਦੀ ਜਾਂ ਕਾਨੂੰਨੀ ਕੋਈ ਅੜਚਨ ਐਸੀ ਆਵੇ ਕਿ ਉਹਨਾਂ ਨੂੰ ਫੇਰ ਦੁਬਾਰਾ ਵਕੀਲ ਕਰਕੇ ਜਬ ਹਾਈ ਕੋਰਟ ਦੇ ਹੁਕਮਾਂ ਕਰਕੇ ਸਟੇ ਮਿਲੇ। ਸੋ ਇਸ ਮੁੱਦੇ ਤੇ ਅਸੀਂ ਖੁਦ ਵੀ ਮੈਂ ਗੱਲ ਕਰੂੰਗਾ ਗਵਰਨਰ ਸਾਹਿਬ ਨਾਲ, ਕਿਉਂਕਿ ਮਨੀ ਬਿੱਲ ਹੈ ਉਹ ਪੈਂਡਿੰਗ ਪਿਆ ਹੈ ਮਾਨਯੋਗ ਗਵਰਨਰ ਸਾਹਿਬ ਕੋਲ। ਸੋ ਇਹਦੇ ਵਾਸਤੇ ਅਸੀਂ ਕਾਨੂੰਨੀ ਪੱਖੋਂ ਮੁਕੰਮਲ ਖਰੜਾ ਪੇਸ਼ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਮੁਲਾਜ਼ਮ ਉਹਦੇ ਵਿੱਚ ਕਵਰ ਹੋ ਜਾਣ। ਕਿਸੇ ਦੇ ਵਿੱਚ ਕੋਈ ਉਮਾ ਦੇਵੀ, ਜਸਟਿਸ ਉਮਾ ਦੇਵੀ ਦੀ ਜਜਮੈਂਟ ਵੀ ਆਉਂਦੀ ਹੈ ਅੜਚਨ 'ਚ। ਇਹਦੇ ਵਾਸਤੇ ਅਸੀਂ ਕੈਬਨਿਟ ਦੀ 3 ਮੈਂਬਰੀ ਕਮੇਟੀ ਬਣਾਈ ਹੈ, ਜਿਹੜੀ ਆਉਣ ਵਾਲੇ ਕੁਝ ਦਿਨਾਂ ਤੱਕ ਹੀ ਇਹ ਸਾਰੀਆਂ ਕਾਨੂੰਨੀ ਅੜਚਨਾਂ ਬਾਰੇ ਏਜੀ ਸਾਹਿਬ ਨਾਲ ਜਾਂ ਹੋਰ ਕਾਨੂੰਨ ਦੇ ਮਾਹਰਾਂ ਨਾਲ ਵਿਚਾਰ ਕਰਕੇ ਅਸੀਂ ਭਾਵੇਂ ਸਾਨੂੰ ਸਪੈਸ਼ਲ ਸੈਸ਼ਨ ਰੱਖਣਾ ਪਵੇ ਇਹਦੇ ਵਾਸਤੇ, ਜਦੋਂ ਹੀ ਅਸੀਂ ਕਾਨੂੰਨੀ ਤੌਰ ਤੇ ਸਹੀ ਹੋ ਗਏ ਅਸੀਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਚਨਬੱਧ ਹਾਂ। ਤੇ ਅੱਜ ਅਸੀਂ ਕੈਬਨਿਟ ਦੇ ਵਿੱਚ ਖਰੜਾ ਲਿਆਂਦਾ ਹੈ ਔਰ ਕੈਬਨਿਟ ਨੇ ਅਪਰੂਵ ਕਰਤਾ। ਤੇ ਜਿਹੜੀਆਂ ਕਾਨੂੰਨੀ ਅੜਚਨਾਂ 2016 2021 ਵਾਲੀਆਂ ਨੇ, ਜਦ ਗਵਰਨਰ ਸਾਹਿਬ ਕੋਲ ਜਿਹੜਾ ਖਰੜਾ ਪਿਆ ਉਹ ਸਾਰੀਆਂ ਦੂਰ ਕਰਕੇ ਅਸੀਂ ਵਚਨਬੱਧ ਹਾਂ ਕਿ ਅਸੀਂ ਉਹਨਾਂ ਮੁਲਾਜ਼ਮਾਂ ਨੂੰ ਪੱਕੇ ਵੀ ਕਰਾਂਗੇ। ਜੇ ਕਿਸੇ ਦਾ ਕੋਈ ਉਹ ਏਜ ਦਾ ਵੀ ਪੰਗਾ ਪਿਆ ਕਿ ਉਹ ਕੋਈ ਓਵਰ ਏਜ ਹੋ ਗਿਆ ਜਾਂ ਕੋਈ ਹੋਰ, ਅਸੀਂ ਉਹ 'ਚ ਵੀ ਰਿਲੈਕਸੇਸ਼ਨ ਦੇਵਾਂਗੇ। ਸਰ, ਧੰਨਵਾਦ ਸੀਐਮ ਸਾਹਿਬ। ਸਤਿਕਾਰਯੋਗ 16ਵੀਂ ਵਿਧਾਨ ਸਭਾ ਦੇ ਸਾਰੇ ਮਾਣਯੋਗ ਮੈਂਬਰ ਸਾਹਿਬਾਨ, ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੋ ਕੇ ਅਤੇ ਸੂਬੇ ਦੀ ਬਹੁਪੱਖੀ ਤਰੱਕੀ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ 16ਵੀਂ ਵਿਧਾਨ ਸਭਾ ਦੇ ਪਹਿਲੇ ਬਜਟ ਸੈਸ਼ਨ ਨੂੰ ਸ਼ਾਂਤੀਪੂਰਕ ਢੰਗ ਨਾਲ ਮੁਕੰਮਲ ਕਰਨ ਵਿੱਚ ਕਾਮਯਾਬ ਹੋਏ ਹਾਂ। ਮੈਂ ਇਸ ਸਫਲਤਾ ਵਿੱਚ ਆਪ ਸਭ ਵੱਲੋਂ
ਪਾਏ ਗਏ ਵੱਡਮੁੱਲੇ ਯੋਗਦਾਨ ਲਈ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ। ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਜੋ ਸੱਤਾ ਅਤੇ ਵਿਰੋਧੀ ਦੋਹਾਂ ਧਿਰਾਂ ਵੱਲੋਂ ਵਿਲੱਖਣ ਸਾਂਝ ਦੇਖਣ ਨੂੰ ਮਿਲੀ, ਉਹ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਦਾ ਸੂਚਕ ਹੈ। ਮੈਂ ਸਦਨ ਦੇ ਸਮੂਹ ਮੈਂਬਰ ਸਾਹਿਬਾਨਾਂ ਨੂੰ ਇਸ ਲਈ ਵਧਾਈ ਦੇ ਪਾਤਰ ਮੰਨਦਾ ਹਾਂ। ਮੈਂ ਇਸ ਮੌਕੇ ਤੇ ਵਿਰੋਧੀ ਧਿਰ ਵਿੱਚ ਬੈਠੇ ਸਾਰੀਆਂ ਪਾਰਟੀਆਂ ਦੇ ਮਾਨਯੋਗ ਮੈਂਬਰ ਸਾਹਿਬਾਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਅਸੀਂ ਸਾਰਿਆਂ ਨੇ ਸੂਬੇ ਦੀ ਭਲਾਈ ਨੂੰ ਪਹਿਲ ਦਿੰਦਿਆਂ ਜਿਨ੍ਹਾਂ ਪ੍ਰਸਤਾਵਾਂ ਤੇ ਇੱਕਮਤ ਹੋ ਕੇ ਸਮਰਥਨ ਦਿੱਤਾ ਹੈ, ਸੂਬੇ ਦੇ ਲੋਕਾਂ ਲਈ ਇਹ ਇੱਕ ਅਦੁੱਤੀ ਮਿਸਾਲ ਹੈ। ਮੈਂ ਸਦਨ ਵਿੱਚ ਬੈਠੇ ਸਾਰੇ ਮੈਂਬਰ ਸਾਹਿਬਾਨਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਦਿਲੋਂ ਧੰਨਵਾਦ ਵੀ ਕਰਦਾ ਹਾਂ ਕਿ ਸੈਸ਼ਨ ਦੌਰਾਨ ਆਪ ਸਭ ਨੇ ਲੋਕਤੰਤਰ ਦੀ ਸੱਚੀ ਭਾਵਨਾ ਨਾਲ ਪਵਿੱਤਰ ਸਦਨ ਦੀ ਮਰਿਆਦਾ ਅਤੇ ਗਰਮਾ ਨੂੰ ਕਾਇਮ ਰੱਖਿਆ। ਮੈਨੂੰ ਸਦਨ ਦੀ ਕਾਰਵਾਈ ਸੰਚਾਲਿਤ ਕਰਨ ਵਿੱਚ ਕੋਈ ਵੀ ਔਖ ਪੇਸ਼ ਨਹੀਂ ਆਉਣ ਦਿੱਤੀ। ਮੈਨੂੰ ਇਹ ਵੀ ਉਮੀਦ ਹੈ ਕਿ ਮੇਰੇ ਵੱਲੋਂ ਜਾਂ ਸੀਨੀਅਰ ਲੀਡਰਸ਼ਿਪ ਵੱਲੋਂ ਪਹਿਲੀ ਵਾਰ ਚੁਣ ਕੇ ਆਏ ਮੈਂਬਰ ਸਾਹਿਬਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ। ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਸਭ ਦਾ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ ਅਤੇ ਅਸੀਂ ਮਿਲ ਕੇ ਸਦਨ ਦੇ ਸੰਚਾਲਨ, ਇਸ ਦੀ ਨਿਰਵਿਘਨ ਕਾਰਵਾਈ ਅਤੇ ਸਦਨ ਤੋਂ ਬਾਹਰ ਵੀ ਜੋ ਕੰਮ ਸਾਡੇ ਲੇਖੇ ਲਾਏ ਜਾਣਗੇ ਉਹਨਾਂ ਨੂੰ ਨੇਪਰੇ ਚਾੜਨ ਵਿੱਚ ਕਾਮਯਾਬ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਨ ਅਣਮਿੱਥੇ ਸਮੇਂ ਲਈ ਸਥਗਿਤ ਹੁੰਦਾ ਹੈ।